जी गुड मॉर्निंग। इलेक्ट्रोस्टैटिक पोटेंशियल एनर्जी ऑफ अ सिस्टम ऑफ 2 पॉइंट चार्ज। सपोज फर्स्ट अपने को पॉइंट चार्ज है Q1 इज हेल्ड एट अ पॉइंट P1 ਤੇ अपने को पॉइंट चार्ज है प्लस Q1। अगर ये स्पेस ਦੇ ਵਿੱਚ है इसनों ਆਪਾਂ पोजीशन वैक्टर दे रहे हैं R1। सैकेंड चार्ज है अपने को Q2 पॉइंट चार्ज ਜਿਹੜਾ ਇਨਫਾਈਨਾਈਟ ਡਿਸਟੈਂਸ 'ਤੇ ਹੈਗੇ Q1 ਦੇ ਨਾਲ। ਅਗਰ ਇਸ ਨੂੰ ਆਪਾਂ ਨੀਅਰ ਲੈ ਕੇ ਆਵਾਂਗੇ P1 ਦੇ ਤਾਂ ਪੋਜੀਸ਼ਨ ਇਸ ਦੀ ਬਣ ਜਾਏਗੀ P2 ਪੋਜੀਸ਼ਨ ਬਣ ਗਈ ਪਲੱਸ Q2 ਦੀ, ਅਤੇ ਇਸ ਦਾ ਜਿਹੜਾ ਪੋਜੀਸ਼ਨ ਵੈਕਟਰ ਹੈ ਉਸ ਦਾ ਹੈਗਾ R2। ਅਗਰ P1 ਅਤੇ ਜਿਹੜਾ P2 ਹੈ ਉਹਨਾਂ ਦੇ ਵਿਚਕਾਰ ਡਿਸਟੈਂਸ ਲਿਖਾਂਗੇ ਆਪਾਂ R12। ਤਾਂ ਜਿਹੜਾ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਹੈ P2 ਦੇ ਉੱਪਰ ਡਿਊ ਟੂ ਚਾਰਜ Q1 ਦੇ ਲਈ ਉਹ ਕਿੰਨਾ ਬਣ ਜਾਏਗਾ V is equals to 1/4 pi epsilon naught Q1 upon R1 2 distance। Q1 ਦੇ ਕਾਰਨ Q2 ਦੇ ਉੱਪਰ ਪੋਟੈਂਸ਼ੀਅਲ ਜਿੰਨਾ ਹੈਗਾ ਉਸ ਦੀ ਵੈਲਿਊ ਇਹ ਵਾਲੀ ਹੈ। ਬਾਈ ਡੈਫੀਨੇਸ਼ਨ ਵਰਕ ਡਨ ਇਨ ਕੈਰਿੰਗ ਚਾਰਜ Q2 ਫਰੋਮ ਇਨਫਿਨਿਟੀ ਟੂ P। ਹੁਣ Q2 ਚਾਰਜ ਨੂੰ ਆਪਾਂ ਇਨਫਿਨਿਟੀ ਤੋਂ P2 ਪੁਆਇੰਟ ਤੱਕ ਲੈ ਕੇ ਆਏ, ਜਿੰਨਾ ਵਰਕ ਡਨ ਹੋਇਆ ਕਿਸ ਦੇ ਕੋਲ ਹੈ ਪੋਟੈਂਸ਼ੀਅਲ ਇਨਟੂ ਚਾਰਜ ਦੇ। ਹੁਣ ਇਸ ਦੇ ਪੋਟੈਂਸ਼ੀਅਲ ਦੀ ਵੈਲਿਊ ਇਹ ਵਾਲੀ ਹੈ, ਚਾਰਜ ਕਿੰਨੇ ਇਸ ਦੇ Q2। ਤਾਂ ਵਰਕ ਡਨ ਕੀ ਆ ਜਾਏਗਾ Q1 Q2 upon 4 pi epsilon naught into R12। ਨੈਕਸਟ ਜਿਹੜਾ ਟੋਪਿਕ ਹੈ ਉਹ ਹੈਗਾ ਆਪਣੇ ਕੋਲ ਇਲੈਕਟ੍ਰਿਕ ਫਲਕਸ। ਇਲੈਕਟ੍ਰਿਕ ਫਲਕਸ ਕੀ ਹੈ? over an area in an electric field is a measure of the number of electric field lines crossing this area। ਤੁਸੀਂ ਕੋਈ ਵੀ ਏਰੀਆ ਸਪੋਜ਼ ਇਹ ਵਾਲਾ ਏਰੀਆ ਆਪਣੇ ਕੋਲ ਜਿੰਨੀਆਂ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਇਸ ਦੇ ਵਿੱਚੋਂ ਪਾਸ ਕਰ ਰਹੀਆਂ ਉਹ ਕਿਸ ਦੇ ਕੋਲ ਹੈ ਇਲੈਕਟ੍ਰਿਕ ਫਲਕਸ ਦੀ। ਇਲੈਕਟ੍ਰਿਕ ਫਲਕਸ ਨੂੰ ਆਪਾਂ ਡਿਨੋਟ ਕਰਾਂਗੇ ਫਾਈ ਦੇ ਨਾਲ। ਅਗਰ ਡੈਲਟਾ ਫਾਈ ਇਜ਼ ਇਕਵਲਸ ਟੂ ਕਿਸ ਦੇ ਹੈ ਈ ਵੈਕਟਰ ਡਾਟ ਡੈਲਟਾ ਐਸ ਵੈਕਟਰ, ਉਸ ਨੂੰ ਲਿਖਾਂਗੇ ਈ ਡੈਲਟਾ ਐਸ ਇੰਟੂ ਕਾਸ ਆਫ ਥੀਟਾ ਦੀ। ਹੁਣ ਜਿਹੜਾ ਇਲੈਕਟ੍ਰਿਕ ਫਲਕਸ ਹੈ ਕਲੋਜ਼ ਸਰਫੇਸ ਦਾ ਉਹ ਪੋਜ਼ੀਟਿਵ ਹੋ ਸਕਦਾ ਹੈ, ਨੈਗੇਟਿਵ ਵੀ ਹੋ ਸਕਦਾ ਔਰ ਜ਼ੀਰੋ। ਪੋਜ਼ੀਟਿਵ ਕਦੋਂ ਹੈ? ਜਦੋਂ ਆਪਣੇ ਕੋਲ ਥੀਟਾ ਐਂਗਲ ਹੈ, ਇਹ ਨੰਬਰ ਆਫ ਫੀਲਡ ਲਾਈਨਸ ਹੈ ਜਿੰਨੀਆਂ ਪਾਸ ਕਰ ਰਹੀਆਂ, ਇਹ ਆਪਣੇ ਕੋਲ ਜਿਹੜਾ ਡੈਲਟਾ ਐਸ ਸਰਫੇਸ ਏਰੀਆ ਉਸ ਦਾ ਯੂਨਿਟ ਵੈਕਟਰ ਹੈਗਾ N, ਉਹਨਾਂ ਦੇ ਵਿਚਕਾਰ ਐਂਗਲ ਥੀਟਾ ਹੈ। ਅਗਰ ਆਪਣੇ ਕੋਲ ਥੀਟਾ ਦੀ ਵੈਲਿਊ ਲੈਸ ਦੈਨ ਹੈਗੀ ਹੈ 90 ਦੇ ਨਾਲੋਂ, ਦੈਨ ਆਪਣਾ ਇਲੈਕਟ੍ਰਿਕ ਫਲਕਸ ਪੋਜ਼ੀਟਿਵ ਹੈ। ਅਗਰ ਥੀਟਾ ਗ੍ਰੇਟਰ ਦੈਨ 90 ਹੈ ਦੈਨ ਇਲੈਕਟ੍ਰਿਕ ਫਲਕਸ ਦੀ ਵੈਲਿਊ ਨੈਗੇਟਿਵ ਹੈ। ਅਗਰ ਥੀਟਾ ਆਪਣੇ ਕੋਲ 90 ਡਿਗਰੀ ਹੈ ਦੈਨ ਇਲੈਕਟ੍ਰਿਕ ਫਲਕਸ ਕੀ ਹੈਗੀ ਹੈ 0। ਇਲੈਕਟ੍ਰਿਕ ਫਲਕਸ ਇਜ਼ ਅ ਸਕੇਲਰ ਕੁਆਂਟਿਟੀ ਅਤੇ ਇਸ ਦਾ ਯੂਨਿਟ ਹੈਗੇ ਨਿਊਟਨ ਮੀਟਰ ਸਕੇਅਰ ਪਰ ਕੂਲਮ। ਡਿਮੈਂਸ਼ਨ ਫਾਰਮੂਲਾ ਹੈਗਾ m⁻1 L³ ਐਂਡ a⁻1। ਨੈਕਸਟ ਹੈਗਾ ਗੌਸ ਥਿਊਰਮ ਔਰ ਗੌਸ ਲਾ ਇਨ ਇਲੈਕਟ੍ਰੋਸਟੈਟਿਕ। ਇਲੈਕਟ੍ਰੋਸਟੈਟਿਕ ਦੇ ਵਿੱਚ ਗੌਸ ਲਾ ਕੀ ਹੈ? ਅਕੋਰਡਿੰਗ ਟੂ ਦਿਸ ਥਿਊਰਮ the surface integral of electrostatic field E ਦਾ ਆਪਣੇ ਕੋਲੇ ਸਰਫੇਸ ਇੰਟੈਗਰਲ ਲਿਖਾਂਗੇ ਓਵਰ ਆ ਕਲੋਜ਼ ਸਰਫੇਸ। ਉਹ ਕਿਸ ਦੇ ਕੋਲ ਹੈਗਾ ਟੋਟਲ ਇਲੈਕਟ੍ਰਿਕ ਫਲਕਸ, ਮਤਲਬ ਇਹ ਵਾਲਾ ਟੋਟਲ ਇਲੈਕਟ੍ਰਿਕ ਫਲਕਸ ਓਵਰ ਦਾ ਕਲੋਜ਼ ਸਰਫੇਸ ਇਨ ਵੈਕਿਊਮ ਇਜ਼ 1/4 pi epsilon naught times the total charge Q contained inside S। ਕੋਈ ਵੀ ਕਲੋਜ਼ ਸਰਫੇਸ ਲੈ ਲਈਏ ਆਪਾਂ S, ਉਸ ਦੇ ਇਨਸਾਈਡ ਜਿੰਨਾ ਵੀ ਚਾਰਜ ਹੈ ਸਪੋਜ਼ ਉਸ ਦੀ ਵੈਲਿਊ ਕਿੰਨੀ ਹੈਗੀ ਹੈ Q, ਕੈਪੀਟਲ Q। ਅਗਰ ਉਸ ਦਾ ਆਪਾਂ 1/epsilon naught ਟਾਈਮਸ ਕਰ ਦਈਏ Q ਦਾ ਤਾਂ ਉਹ ਕਿਸ ਦੇ ਕੋਲ ਹੈਗੀ ਹੈ ਇਲੈਕਟ੍ਰਿਕ ਫਲਕਸ ਦੇ ਤੇ ਸਰਫੇਸ ਇੰਟੈਗਰਲ ਆਫ ਇਲੈਕਟ੍ਰੋਸਟੈਟਿਕ ਫੀਲਡ E.ds ਦੇ ਕੋਲ। ਹੁਣ ਇਸ ਦੇ ਪ੍ਰੂਫ ਲਈ ਸਪੋਜ਼ ਆਪਾਂ ਕੋਈ ਵੀ ਸਫੀਅਰ ਲੈ ਕੇ ਚੱਲਾਂਗੇ ਜਿਸ ਦਾ ਆਪਣੇ ਕੋਲ ਰੇਡੀਅਸ R ਹੈ, ਉਸ ਦਾ ਸੈਂਟਰ ਹੈਗਾ O। ਸੈਂਟਰ ਦੇ ਉੱਪਰ ਆਪਣੇ ਜਿਹੜਾ ਪੁਆਇੰਟ ਚਾਰਜ ਹੈ ਉਹ ਪਲੇਸ ਕੀਤਾ ਹੋਇਆ ਪੋਜ਼ੀਟਿਵ ਪੁਆਇੰਟ ਚਾਰਜ। ਅਕੋਰਡਿੰਗ ਟੂ ਕੂਲਮ ਲਾਅ ਫੀਲਡ ਇੰਟੈਂਸਿਟੀ ਐਟ ਐਨੀ ਪੁਆਇੰਟ P, ਆਪਾਂ ਕੋਈ ਵੀ ਪੁਆਇੰਟ ਲੈ ਕੇ ਚੱਲੇ ਹਾਂ ਇਸ ਦੀ ਸਰਫੇਸ ਦੇ ਉੱਪਰ P ਪੁਆਇੰਟ, ਜਿੱਥੇ ਆਪਾਂ ਕੀ ਹੈ ਫਾਈਂਡ ਆਊਟ ਕਰਾਂਗੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ। ਉਸ ਦੀ ਵੈਲਿਊ ਕਿੰਨੀ ਆ ਜਾਏਗੀ ਅਕੋਰਡਿੰਗ ਟੂ ਕੂਲਮ ਲਾਅ Q/4 pi epsilon naught R⁻r²। R ਕੀ ਹੈ ਯੂਨਿਟ ਵੈਕਟਰ ਅਲੋਂਗ ਵਿਚ ਇਜ਼ ਡਾਇਰੈਕਟਡ ਫਰੋਮ O to P। O ਤੋਂ P ਤੱਕ ਜਦੋਂ ਉਸ ਨੂੰ ਜੁਆਇਨ ਕੀਤਾ ਤਾਂ ਆਪਾਂ ਵੈਕਟਰ ਸ਼ੋ ਕੀਤਾ ਹੈਗਾ R। ਕੰਸੀਡਰ ਇਸ ਦੀ ਸਰਫੇਸ 'ਤੇ ਜਿੱਥੇ ਆਪਾਂ ਆਹ ਵਾਲਾ P ਪੁਆਇੰਟ ਲੈ ਕੇ ਚੱਲੇ ਹਾਂ ਉੱਥੇ ਆਪਣੇ ਕੋਲ ਸਮੋਲ ਏਰੀਆ ਐਲੀਮੈਂਟ ਹੈਗੇ DS ਸਮੋਲ ਏਰੀਆ ਐਲੀਮੈਂਟ ਹੈਗਾ ਸਫੀਅਰ ਦੇ ਅਰਾਊਂਡ P ਪੁਆਇੰਟ ਦੇ ਉੱਪਰ।
अगर आप डी एस जोड़ा वैक्टर है उसनूं रिप्रजेंट करिए एन कैप डी एस के नाल, वेयर जोड़ा एन है अपने को यूनिट वैक्टर अलॉन्ग आउटर जॉन नॉर्मल टू द एरिया एलीमेंट। एन वैक्टर नूं जदों आपां ड्रॉ करांगे नॉर्मल टू द एरिया एलीमेंट तो डी एस वैक्टर नूं लिखांगे एन डी एस। द इलैक्ट्रिक फ्लक्स ओवर द एरिया एलीमेंट लैके चले हैं डी एक्स, तो आप इलैक्ट्रिक फ्लक्स डिनोट करांगे डी फाई ई दे नाल। डी फाई ई किस इक्वल है ई डॉट डी एस से। ई दी वैल्यू आपां नूं पता है, ए वाली इत्थे पुट कर देंगे तो डी एस दी की है एन डी एस, ए वाली पुट की। ई डॉट डी एस किस इक्वल है क्यू अपॉन 4 पाई एप्सिलॉन नॉट आर स्क्वायर इंटू डी एस इंटू आर कैप इंटू एन कैप। आर कैप तो एन कैप की अपने को डॉट प्रोडक्ट 1 के इक्वल है। दैन ए वाली इक्वेशन रिड्यूस होकर बन जाएगी ई डॉट डी एस क्यू अपॉन 4 पाई एप्सिलॉन नॉट डी एस अपॉन आर स्क्वायर। Integrating over the closed surface area of the sphere, we get total normal electric flux over the sphere over the entire spherical surface। हुण आपां जिहड़ा एरिया एलीमेंट लेके चले सी स्मॉल एरिया एलीमेंट, उत्थे हुण बहुत सारे नंबर ऑफ स्मॉल एरिया एलीमेंट होणगे अपने कोले। आपां की कर देना वो जिहड़ी इलैक्ट्रिक फ्लक्स आपां कैलकुलेट कीती है उसदा आपां की कर दांगे इंटीग्रेशन। तो किस दे इक्वल आ जाएगा फाई इज इक्वल टू इंटीग्रेशन ओवर अ क्लोज सरफेस ई डॉट डी एस सी। इसकी वैल्यू पुट करांगे आ जाएगी क्यू अपॉन 4 पाई एप्सिलॉन नॉट आर स्क्वायर। सारा की है अपने को कॉन्स्टेंट क्वांटिटी है, इंटीग्रेशन तो बाहर लवांगे। इंटीग्रेशन अपने को किस दी है डी एस की। डी एस की स्मॉल एरिया एलीमेंट ओवर अ क्लोज सरफेस इंटीग्रेशन, ताकि बन जाएगा अपने को टोटल एरिया। स्मॉल एरिया एलीमेंट लैके चले हैं, जो आप इंटीग्रेट करांगे ओवर अ क्लोज सरफेस तो टोटल की बन जाएगा टोटल एरिया ऑफ स्फेरिकल सरफेस। टोटल एरिया कितना अपने को 4 पाई आर स्क्वायर। दैन किस इक्वल आ जाएगा क्यू अपॉन एप्सिलॉन नॉट दी। तो फाई ई किस इक्वल है ई डॉट डी एस क्यू अपॉन एप्सिलॉन नॉट। इसनों आप प्रूव हो सकता है गॉस थ्योरम। इफ अपने को पहला आप पॉइंट लैके चले सी पॉइंट चार्ज क्यू, अगर अपने को नंबर ऑफ पॉइंट चार्जिस ऐसे हुए Q1 Q2 Q3 अप टू Qn, इनसाइड सरफेस के उपर इन्ने ज़्यादा पॉइंट चार्जिस है, दैन सारिਆਂ ਦੀ ਜਿਹੜੀ इलैक्ट्रिक फ्लक्स है अपने को कॉन्ट्रीब्यूट करेगी। मीनस सुपरपोजिशन प्रिंसीपल के नाल ਜਿਹੜੀ फ्लक्स है टोटल स्फेरिकल सरफेस की किस दे कोल होएगी ड्यू टू चार्ज 1 के लिए, सैकेंड के लिए अप टू nth चार्ज के लिए। तो ये बन जाएगा फाई E1 प्लस फाई E2 प्लस फाई E3 प्लस अप टू प्लस फाई EN के लिए। तो इसकी वैल्यू आ जाएगी Q1 अपॉन एप्सिलॉन नॉट प्लस Q2 अपॉन एप्सिलॉन नॉट प्लस अप टू Qn एप्सिलॉन नॉट। 1 अपॉन एप्सिलॉन नॉट कॉमन है, कॉमन कर लेंगे तो Q1 Q2 अप टू Qn सारिਆਂ दी अपने को की है सम है चार्जिस का। तो सारिਆਂ ਦੇ सम ਨੂੰ ਆਪਾਂ ਕੀ ਲਿਖਾਂਗੇ, ਸਾਰਿਆਂ ਦੇ सम मिला के अपने को ਕੀ बनता है एडिटिविटी ऑफ चार्ज की कह रहे हैं अपने को टोटल चार्ज ऑफ द सिस्टम दैट इज़ कैपिटल Q। तो फाई ई किस दे इक्वल आ जाएगा कैपिटल Q अपॉन एप्सिलॉन नॉट। तो यही आप प्रूव करना सी, दैट इज़ अ गॉस थ्योरम। नैक्सट है अपने को डिडक्शन ऑफ कूलम्स लॉ फ्रॉम गॉस थ्योरम। कूलम्स लॉ बनाना आप डिडक्ट करना है गॉस थ्योरम के उपर। गॉस थ्योरम अपने को की है ई डॉट डी एस इज इक्वल टू क्यू अपॉन एप्सिलॉन नॉट। इसदे विच अपने को सपोज कोई भी पॉजिटिव पॉइंट चार्ज है क्यू जिहड़ा प्लेस किया होया ओहदे विच आप इमेजिन कर रहे हैं ये जी सरफेस है आप एज अ स्फीयर लैके चले हैं जिसका रेडियस है आर, सेंटर उसका ओ है। दैन मैगनीट्यूड ऑफ इलैक्ट्रिक फील्ड इंटेंसिटी ई एट एवरी पॉइंट ऑन द सरफेस इज सेम। एवरी पॉइंट है जोड़ा सरफेस ऑफ स्फीयर उत्थे इलैक्ट्रिक फील्ड इंटेंसिटी की वैल्यू सेम है। तो वो की है उसनूं आप डायरैक्शन शो कर रहे हैं आउटवर्ड डायरैक्शन। अगर डी एस स्मॉल एरिया एलीमेंट है तो उसकी डायरैक्शन आप रिप्रजेंट करांगे एन दे नाल, ठीक है। उन्हां दे विचकार हुण एंगल है, एंगल अपने को डी एस तो ई दे विचकार एंगल कितना है 0 डिग्री। तो इत्थे आप की पुट करांगे ई डॉट डी एस नूं लिखांगे ई डी एस कॉस 0 डिग्री इज इक्वल्स टू क्यू अपॉन एप्सिलॉन नॉट। हुण कॉस 0 1 है
ਤਾਂ E ਆਪਣੇ ਕੋਲੇ ਇੰਟੀਗ੍ਰੇਸ਼ਨ ਤੋਂ ਬਾਹਰ ਆਏਗਾ, ਇੰਟੀਗ੍ਰੇਸ਼ਨ ਦੇ ਵਿੱਚ ਆਏਗਾ DS। DS ਦੀ ਇੰਟੀਗ੍ਰੇਸ਼ਨ ਕੀ ਹੈ 4 ਪਾਈ r²। ਟੋਟਲ ਏਰੀਆ ਆ ਜਾਏਗਾ ਸਫੈਰੀਕਲ ਸਰਫੇਸ ਦਾ, ਸਫੈਰੀਕਲ ਸਫੀਅਰ ਦਾ, ਤਾਂ ਇਹ ਬਣ ਜਾਏਗਾ E 4 ਪਾਈ r² ਇਜ਼ ਇਕਵਲਸ ਟੂ Q ਅਪਨ 4 ਪਾਈ ਐਪਸਾਈਲਨ ਨੋਟ। ਤਾਂ E ਇਜ਼ ਇਕਵਲਸ ਟੂ Q ਅਪਨ 4 ਪਾਈ ਐਪਸਾਈਲਨ ਨੋਟ ਇਨਟੂ r²। ਇਹ ਆਪਣੇ ਕੋਲੇ ਕੀ ਆ ਗਈ E ਦੀ ਵੈਲਿਊ ਆ ਗਈ। ਇਹ ਹੈਗੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਐਟ ਪੁਆਇੰਟ P, डिस्टेंस r फ्रॉम आइसोलेटेड पॉइंट चार्ज q एट द सेंटर ऑफ द स्पीयर। अगर अपने कोले की है अनदर पॉइंट चार्ज q0 प्लेस किया है p के उपर, ये जोड़ा p है अगर इतने अपने कोले q0 आप प्लेस किया है दैन इतने फोर्स कितनी आ जाएगी, फोर्स की वैल्यू अपने कोले हैगी e क्रॉस q0। e नूं आपां q0 दे नाल मल्टीप्लाई कर देंगे तो फोर्स की इक्वल आ जाएगी q इंटू q0 अपॉन 4 पाई एप्सिलॉन नॉट अपॉन q इंटू Q0 अपॉन 4 पाई एप्सिलॉन नॉट इंटू r²। यही की अपने कोले कूलम्स लॉ, यही आपां प्रूव करना सी, आपां डिटेक्ट करना सी गॉस थ्योरम तो कूलम्स लॉ।